आओ जो सतगुरां दी पावन पवित्र गुरबाणी सुखमणी साहिब जी दी अपनी लड़ीवार चल रही है विचार। अगे आरंभ करिए। अज आपां 13ਵੀਂ अष्टपदी दे चौथे पदे दी विचार करन दा उद्यम उपराला कर रहे हैं। धन श्री गुरु अर्जन देव साहिब जी महाराज अज दे पावन बचना राही सानू समझा रहे हैं। संत का दोखी सदा अपवित, संत का दोखी किसे का नहीं मित। सतगुरु पातशाह समझा रहे हैं जिहड़े संतां दे दुखी बंदे आ, संतां नाल बैर कमाम दे, दुष्टां नाल मोह प्यार। जिन्हां ने संत आत्मा दे नाल निंदक बन के दुख देने शुरू करते, वो जिंदगी च कदे भी पवित्र नहीं हो सकणगे। संत का दुखी सदा अपवित्र, क्योंकि वो पवित्र नहीं हो सकते। जिहड़ी गल दे नाल पवित्र होना, जिहड़े कर्म दे नाल साडे मन ने पवित्र होना, ਉਹ ਸੰਤਾਂ ਦੀ ਸੰਗਤ ਤੋਂ ਬਗੈਰ, ਸੰਤਾਂ ਦੇ ਕਮਾਏ ਹੋਏ ਬਚਨਾਂ ਨੂੰ ਮੰਨਣ ਤੋਂ ਬਗੈਰ, ਜਿਹਦੀ ਵਡਿਆਈ ਪਾਤਸ਼ਾਹ ਗੁਰਬਾਣੀ ਦੇ ਅੰਦਰ ਸਮਝਾ ਰਹੇ ਹਨ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਜਿਹੜੇ ਪੂਰਨ ਸੰਤਾਂ ਦੇ ਕਮਾਏ ਹੋਏ ਬਚਨਾਂ, ਉਹਨਾਂ ਨੂੰ ਅਮੋਲਕ ਕਹਿ ਦਿੱਤਾ, ਰਤਨਾਂ ਦਾ ਨਾਂ ਦੇ ਦਿੱਤਾ। ਇੱਥੋਂ ਤੱਕ ਵੀ ਆਪਾਂ ਨੂੰ ਗੁਰਬਾਣੀ ਦੇ ਅੰਦਰ ਸਮਝਾਇਆ ਕਿ ਸੰਗਤ ਤੋਂ ਬਗੈਰ, ਸਾਧੂ ਦੇ ਉਪਦੇਸ਼ ਤੋਂ ਬਗੈਰ ਸਾਨੂੰ ਆਪਣੇ ਜੀਵਨ ਦੀ ਜਿਹੜੀ ਸੋਝੀ ਆ ਉਹ ਨਹੀਂ ਆ ਸਕੇਗੀ। ਜਿਹੜੇ ਇਨਸਾਨ ਹੁਣ ਹਰ ਸਮੇਂ ਦੁਖੀ ਬਣ ਕੇ ਰਹਿੰਦੇ ਨੇ, ਨੰਦਕ ਬਣ ਕੇ ਰਹਿੰਦੇ ਨੇ, ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਉਹ ਸਦਾ ਅਪਵਿੱਤ, ਪਵਿੱਤਰ ਨਹੀਂ ਹੋ ਸਕਣਗੇ। क्योंकि वो बाहर मुख जिन्नियां मर्जी आपदे शरीर दे उपर सफाई कर लैन, अच्छे कपड़े पा लैन, इत्थों तक धर्म दे जिहड़े चिन्ह है उन्हां नूं भी ग्रहण कर लैन। पर जे ये शरीर दे अंदर जिहड़ा साडा मन है ये तो झूठ नहीं उतरी, संसार दे अंदर जिन्ना मर्जी अपनी शोभा करवा लैन। पातशाह गुरबाणी च आपां नूं समझा रहे हैं अंदरों झूठे पैज बाहर, दुनिया अंदर फैल। 68 तीर्थ जे नाव है उतरै नाही मैल। ਉਹ ਭਾਵੇਂ ਧਰਮ ਦੇ ਸਥਾਨਾਂ ਤੇ ਜਾ ਕੇ 68 ਤੀਰਥਾਂ ਦੇ ਉੱਪਰ ਇਸ਼ਨਾਨ ਵੀ ਕਰ ਆਉਣ, ਪਰ ਜੋ ਸਾਡੇ ਮਨ ਨੂੰ ਲੱਗੀ ਹੋਈ ਮੈਲ ਹੈ ਤੇ ਉਤਰੇਗੀ ਨਹੀਂ। ਕਿਉਂਕਿ ਮਨ ਦੀ ਸਾਡੇ ਦੀ ਮੈਲ ਉੱਥੇ ਜਾ ਕੇ ਉਤਰਨੀ ਆ ਜਿਹਨੂੰ ਸਾਡੇ ਅੰਦਰ ਪਾਤਸ਼ਾਹ ਆਤਮ ਤੀਰਥ ਦਾ ਨਾਂ ਦੇ ਰਹੇ ਹੈ। ਜੋ ਆਪਣੀ ਕਾਇਆ ਦੇ ਅੰਦਰ ਹੈ, ਜਿੰਨਾ ਚਿਰ ਅਸੀਂ ਸੰਗਤ ਕਰਕੇ ਉਸ ਸਰੋਵਰ ਦੀ ਜਾਣਕਾਰੀ ਨਹੀਂ ਲੈਂਦੇ, ਆਤਮ ਤੀਰਥ ਦਾ ਗਿਆਨ ਨਹੀਂ ਲੈਂਦੇ, ਸਰੀਰ ਨੂੰ ਭਾਵੇਂ ਅਸੀਂ ਜਿੰਨਾ ਮਰਜ਼ੀ ਸਾਫ ਸੁਥਰਾ ਕਰ ਲਈਏ, ਧਰਮ ਦੇ ਭੇਖ ਪਾ ਲਈਏ, ਧਰਮ ਦੇ ਚਿੰਨ੍ਹ ਵੀ ਲਾ ਲਈਏ, ਪਰ ਅੰਦਰੋਂ ਤਾਂ ਸਾਡੇ ਮਨ ਦੀ ਜਿਹੜੀ ਝੂਠ ਹੈ ਉਹ ਉਤਰੇਗੀ ਨਹੀਂ। ਕਿਉਂਕਿ ਇਹ ਸੋਝੀ ਸਾਨੂੰ ਸੰਗਤ ਦੇ ਵਿੱਚ ਆ ਕੇ ਆਉਣੀ ਹੁੰਦੀ ਆ। ਜਦੋਂ ਫਿਰ ਪਾਤਸ਼ਾਹ ਦੀ ਬਾਣੀ ਦੁਆਰਾ ਆਪਾਂ ਸਮਝਦੇ ਹਾਂ ਕਿ ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ, ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ। ਜਿੰਨਾ ਚਿਰ ਅਸੀਂ ਸੰਗਤ ਕਰਕੇ ਸੋਝੀ ਨਹੀਂ ਲੈਂਦੇ, ਆਪਣੇ ਮਨ ਦੀ ਜਾਣਕਾਰੀ ਨਹੀਂ ਲੈਂਦੇ, ਉਨਾ ਚਿਰ ਅਸੀਂ ਅੰਦਰੋਂ ਨਿਰਮਲ ਹੋਵਾਂਗੇ ਨਹੀਂ।
ਪਾਤਸ਼ਾਹ ਫਿਰ ਗੁਰਬਾਣੀ ਅੰਦਰ ਸਾਨੂੰ ਸਾਵਧਾਨ ਕਰ ਰਹੇ ਆ, ਕਹਿੰਦੇ ਅੰਦਰੋਂ ਝੂਠੇ ਬਾਹਰ ਪੈਜ ਬਾਹਰ, ਦੁਨੀਆ ਅੰਦਰ ਫੈਲ, 8 ਸਖ ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਦੂਸਰੇ ਪਾਸੇ ਪਾਤਸ਼ਾਹ ਇਹ ਸਮਝਾ ਰਹੇ ਆ, ਜਨ ਪਟ ਅੰਦਰ ਬਾਹਰ ਗੁੱਦੜ, ਸੇ ਭਲੇ ਸੰਸਾਰ, ਉਨ ਨੇਹੋ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਪਾਤਸ਼ਾਹ ਸਮਝਾ ਰਹੀ ਆ, ਫਿਰ ਜਿਨ੍ਹਾਂ ਨੇ ਆਪਣੇ ਮਨ ਨੂੰ ਨਿਰਮਲ ਕਰ ਲਿਆ, ਜਨ ਪਟ ਅੰਦਰ ਬਾਹਰ ਗੁੱਦੜ, ਸਰੀਰ ਤੇ ਭਾਵੇਂ ਉਹਨਾਂ ਦੇ ਬਹੁਤੇ ਅੱਛੇ ਕੱਪੜੇ ਨਹੀਂ ਤੇ ਉਹ ਵੇਖਣ ਨੂੰ ਸਧਾਰਨ ਵਿਅਕਤੀ ਲੱਗਦੇ ਹੋਣ, ਤੇ ਉਹ ਮਾਲਕ ਦੇ ਦਰਬਾਰ ਦੇ ਅੰਦਰ ਪ੍ਰਵਾਨ ਦੱਸੇ ਗਏ ਆ। ਜਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਉਨ ਨੇਹੋ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਕਿਉਂਕਿ ਉਹਨਾਂ ਨੇ ਮਾਲਕ ਦੇ ਨਾਲ ਪਿਆਰ ਪਾ ਲਿਆ, ਰੱਬ ਦੇ ਨਾਲ ਪਿਆਰ ਪਾ ਲਿਆ। ਪਿਆਰ ਵੀ ਇੰਨਾ, ਹਰ ਸਮੇਂ ਮਨ ਦੇ ਅੰਦਰ ਉਹਨਾਂ ਦੇ ਇਹ ਵਿਚਾਰ ਚੱਲ ਰਹੇ ਆ ਕਿ ਕਿਹੜਾ ਸਮਾਂ ਹੋਵੇ ਸਾਨੂੰ ਸਾਡੇ ਮਾਲਕ ਦੇ ਦਰਸ਼ਨ ਹੋਣ। ਇਹੀ ਵਿਚਾਰ, ਇਹੀ ਤਾਂਗ, ਇਹੀ ਵਿਛੋੜੇ ਦੀਆਂ ਘੜੀਆਂ ਉਹ ਛੇਤੀ ਛੇਤੀ ਦੇਖਣਾ ਚਾਹੁੰਦੇ ਆ ਪ੍ਰਮਾਤਮਾ ਨੂੰ, ਤੇ ਇਹੋ ਵਿਚਾਰ ਮਨ ਦੇ ਅੰਦਰ ਚੱਲਦੇ ਰਹਿੰਦੇ ਆ। ਤੇ ਅਵਸਥਾ ਕੀ ਦੱਸੀ ਆ ਮਹਾਰਾਜ ਜੀ, ਕਹਿੰਦੇ ਰੰਗ ਹੱਸੇ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ, ਬਾਝ ਸੱਚੇ ਨਾਹੇ। ਉਹ ਪਰਮਾਤਮਾ ਦੇ ਰੰਗਾਂ 'ਚ ਹੀ ਹੱਸਦੇ ਆ, ਪਰਮਾਤਮਾ ਦੇ ਵਿਛੋੜੇ ਦੇ ਦੁੱਖ 'ਚ ਹੀ ਵਿਰਾਗੀ ਹੁੰਦੇ ਆ, ਤੇ ਪਰਮਾਤਮਾ ਦੇ ਮਿਲਾਪ ਦੀ ਇੱਛਾ ਰੱਖ ਕੇ ਮਨ ਨੂੰ ਚੁੱਪ ਕਰਾ ਕੇ ਬੈਠ ਜਾਂਦੇ ਆ। ਪਰ ਪ੍ਰਵਾਹ ਨਾਹੀ ਕਿਸੇ ਕੇਰੀ, ਬਾਝ ਸੱਚੇ ਨਾਹੇ। ਤੇ ਉਹ ਬਿਨਾਂ ਪਰਮਾਤਮਾ ਤੋਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਨਿਰਭਉ ਹੋ ਕੇ, ਨਿਰਵੈਰ ਹੋ ਕੇ ਉਹ ਆਪਣਾ ਜੀਵਨ ਬਤੀਤ ਕਰਦੇ ਆ। ਇਹ ਤਾਂ ਹੈ ਸੰਗਤ ਕਰਨ ਵਾਲਿਆਂ ਦੀ ਅਵਸਥਾ। ਤੇ ਜਿਹੜੇ ਬਈ ਦੋਖੀ ਨੇ ਸੰਗਤ ਦੇ, ਸੰਤਾਂ ਦੇ, ਪ੍ਰਭੂ ਦੇ ਪਿਆਰਿਆਂ ਦੇ, ਉਹ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਜਿੰਨਾ ਮਰਜ਼ੀ ਯਤਨ ਕਰ ਲੈਣ ਉਹ ਪਵਿੱਤਰ ਨਹੀਂ ਹੋ ਸਕਣਗੇ। ਸੰਤ ਕਾ ਦੋਖੀ ਸਦਾ ਅਪਵਿੱਤ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਭੈੜੇ ਵਿਚਾਰ, ਮਾੜੇ ਵਿਚਾਰ ਚੱਲਦੇ ਰਹਿੰਦੇ ਆ। ਤੇ ਜਦੋਂ ਬੋਲਦੇ ਨੇ, ਜਿਹੋ ਜਿਹੇ ਅੰਦਰ ਵਿਚਾਰ ਨੇ ਉਹੋ ਜਿਹਾ ਉਹ ਬੋਲਣਾ ਸ਼ੁਰੂ ਕਰ ਦਿੰਦੇ ਆ। ਹਰ ਸਮੇਂ ਉਹ ਝੂਠ ਦੇ ਨਾਲ ਵਿਚਾਰਾਂ ਦੀ ਨਾਲ ਲਿਬੜੇ ਰਹਿੰਦੇ ਆ। ਤੇ ਜਿਹੜੇ ਗੁਰਮੁਖ ਲੋਕ ਆ ਉਹਨਾਂ ਨੇ ਆਪਣੀ ਰਸਨਾ ਵੀ ਸੁੱਚੀ ਕਰ ਲੈਣੀ ਹੁੰਦੀ ਆ। ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਪਾਤਸ਼ਾਹ ਕਹਿੰਦੇ ਖਿਆਲ ਰੱਖ ਕੇ ਆਪਣੇ ਜੀਵਨ ਦੇ ਅੰਦਰ ਚੱਲਿਓ। ਜਿਹੜੇ ਐਸੇ ਇਨਸਾਨ ਹਨ ਉਹ ਕਿਸੇ ਦੇ ਵੀ ਮਿੱਤ ਨਹੀਂ। ਅੱਜ ਆਪਾਂ ਸੰਸਾਰ ਦੇ ਅੰਦਰ ਸਮਾਜ ਦੀ ਜਿਹੜੀ ਹਾਲਤ ਆ ਵੇਖ ਰਹੇ ਹਾਂ, ਬਿਨਾਂ ਅੱਛੇ ਸਾਧੂਆਂ ਦੀ ਸੰਗਤ ਤੋਂ, ਬਿਨਾਂ ਪਰਮਾਤਮਾ ਦੇ ਗਿਆਨ ਤੋਂ, ਬਿਨਾਂ ਗੁਰੂ ਦੀ ਮੱਤ ਤੋਂ ਸੰਸਾਰ ਐਸੇ ਮੋੜ ਤੇ ਖੜਾ ਹੋ ਰਿਹਾ ਕਿ ਕਿਸੇ ਤੇ ਇਨਸਾਨ ਵਿਸ਼ਵਾਸ ਕਰਨ ਦਾ ਜਿਹੜਾ ਹੌਸਲਾ ਮਨ ਦੇ ਅੰਦਰ ਰੱਖਦਾ ਹੀ ਨਹੀਂ। ਐਸੇ ਭਿਆਨਕ ਕਾਰਨ ਸੰਸਾਰ ਦੇ ਅੰਦਰ, ਐਸੇ ਦੁਸ਼ਟ ਕਰਮ ਸੰਸਾਰ ਦੇ ਅੰਦਰ ਹੋਣੇ ਸ਼ੁਰੂ ਹੋ ਗਏ ਕਿ ਕਿਸੇ ਤੇ ਯਕੀਨ ਹੀ ਨਹੀਂ ਆ ਰਿਹਾ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਫਿਰ ਜਿਹੜੇ ਉਹਨਾਂ ਦੇ ਕੀਤੇ ਕਿ ਸਮਾਂ ਇਹੋ ਜਿਹਾ ਹੋਵੇਗਾ ਕਿ ਇੱਥੇ ਸਾਰੇ ਲੋਕ ਠੱਗਾਂ ਦੇ ਹੋ ਜਾਣਗੇ। ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਜੀ ਫਿਰ ਬਚਿਆ ਕਿਵੇਂ ਜਾਵੇ? ਤੇ ਜੇ ਸਾਰੇ ਲੋਕ ਹੀ ਠੱਗਾਂ ਦੇ ਹੋ ਗਏ, ਪਾਤਸ਼ਾਹ ਕਹਿੰਦੇ ਭਾਈ ਦੁਨੀਆ ਐਸੇ ਮੋੜ ਤੇ ਆਵੇਗੀ, ਇੱਥੇ ਸਾਰੇ ਲੋਕ ਚੋਰ ਹੋ ਜਾਣਗੇ, ਠੱਗ ਹੋ ਜਾਣਗੇ, ਤੇ ਵਿਸ਼ਵਾਸ ਕਿਹਦੇ ਤੇ ਕੀਤਾ ਜਾਵੇ? ਫਿਰ ਆਪਾਂ ਨੂੰ ਆਪਣੀ ਜਿਹੜੀ ਬੁੱਧੀ ਆ ਉਹਨੂੰ ਚੇਤਨ ਕਰਨਾ ਪਵੇਗਾ, ਚੇਤੰਨ ਹੋ ਕੇ ਰਹਿਣਾ ਪਵੇਗਾ।
ਗਿਆਨੀ ਹੋਏ ਸੋ ਚਤਨ ਹੋਏ। ਜੇ ਅਸੀਂ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰਾਂਗੇ ਤਾਂ ਸਾਡੀ ਬੁੱਧੀ ਸੁਚੇਤ ਹੋ ਜਾਊਗੀ। ਫਿਰ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਹਨ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਵਸਾ ਲਿਆ, ਪ੍ਰਮਾਤਮਾ ਦੀ ਯਾਦ ਨੂੰ ਵਸਾ ਲਿਆ, ਉਹ ਨਾ ਜਾਂ ਫਿਰ ਬਾਹਰੀ ਠੱਗਾਂ ਤੋਂ, ਨਾ ਜੋ ਅੰਦਰੂਨੀ ਠੱਗ ਨੇ ਜਿਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਂ ਦਿੱਤਾ ਗਿਆ, ਰਾਜ, ਮਾਲ, ਰੂਪ, ਜਾਤ, ਜੋਬਨ, ਇਹ ਪੰਜੇ ਠੱਗ, ਇਹਨਾਂ ਤੋਂ ਇਨਸਾਨ ਦੀ ਬਚਾਓ ਹੋ ਜਾਊਗਾ। ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਜੀ ਜੇ ਸਾਰੀ ਦੁਨੀਆ ਠੱਗਾਂ ਦੀ ਹੋ ਗਈ ਫਿਰ ਠੱਗਿਆ ਕੌਣ ਜਾਵੇਗਾ? ਮਹਾਰਾਜ ਕਹਿੰਦੇ ਜਿਹੜਾ ਕਿਸੇ ਤੇ ਵਿਸ਼ਵਾਸ ਕਰੂਗਾ। ਹੁਣ ਅੱਜ ਦਾ ਜਿਹੜਾ ਸਮਾਜ ਆ ਇਹ ਸੰਤਾਂ ਦੀ ਸੰਗਤ ਤੋਂ ਟੁੱਟ ਚੁੱਕਿਆ। ਜੇ ਕਰਦਾ ਤਾਂ ਅਸੰਤ ਅਨਾੜੀਆਂ ਦੀ ਸੰਗਤ ਕਰਦਾ, ਜਿਨ੍ਹਾਂ ਦਾ ਗੁਰਮਤ ਦੇ ਨਾਲ ਕੋਈ ਮੇਲ ਵੀ ਨਹੀਂ ਹੁੰਦਾ। ਭੱਜੀ ਤਾਂ ਦੁਨੀਆ ਵਿਚਾਰੀ ਬਹੁਤ ਫਿਰਦੀ ਹੈ ਆਪਦੇ ਸੁੱਖ ਦੀ ਪ੍ਰਾਪਤੀ ਵਾਸਤੇ, ਪਰ ਜ਼ਿਆਦਾਤਰ ਪਖੰਡੀ ਲੋਕਾਂ ਦੇ ਕੋਲੇ ਆਪਾਂ ਜਾਣਾ ਸ਼ੁਰੂ ਕਰ ਦਿੰਦੇ ਹਾਂ। ਪਾਤਸ਼ਾਹ ਕਹਿੰਦੇ ਇਹ ਮਿੱਤ ਹੀ ਨਹੀਂ ਹੈ ਕਿਸੇ ਦੇ। ਹੁਣ ਸੰਸਾਰ 'ਚ ਐਸੇ ਦੁਸ਼ਟ ਕਰਮ ਹੋ ਰਹੇ ਆ, ਨੇੜੇ ਤੋਂ ਨੇੜੇ ਦੇ ਸਾਡੇ ਰਿਸ਼ਤੇ ਟੁੱਟ ਰਹੇ ਆ। ਚਾਹੇ ਕਾਮ ਦੀ ਆਪਾਂ ਖੇਡ ਵੇਖ ਲਓ, ਚਾਹੇ ਕ੍ਰੋਧ ਦਾ ਪਹਿਰਾ ਦੇਖ ਲਓ, ਚਾਹੇ ਲੋਭ ਮੋਹ ਅਹੰਕਾਰ ਦੀਆਂ ਲਹਿਰਾਂ ਦੇਖ ਲਓ। ਇਹਦਾ ਕਾਰਨ ਇਹੀ ਆ ਕਿ ਸਾਡੇ ਮਨ ਸੰਤ ਪਦ ਤੋਂ ਦੂਰ ਚਲੇ ਗਏ। ਸਾਡੇ ਮਨ ਇਸ ਕੰਮ ਤੋਂ ਇੰਨੇ ਕੁ ਦੂਰ ਚਲੇ ਗਏ, ਵਿਰਲੇ ਵਿਰਲੇ ਜੀਵ ਸੰਸਾਰ 'ਚ ਮਿਲਣਗੇ ਜਿਨ੍ਹਾਂ ਨੇ ਇਹ ਨਿੱਤ ਆਪਣਾ ਨੇਮ ਬਣਾਇਆ ਹੋਇਆ, ਨਿਯਮ ਬਣਾਇਆ ਹੋਇਆ ਜ਼ਿੰਦਗੀ ਦਾ ਕਿ ਇੰਨਾ ਕੁ ਸਮਾਂ ਅਸੀਂ ਭਾਈ ਬਾਣੀ ਪੜ੍ਹ ਕੇ ਜਾਂ ਜਿਹੋ ਜਿਹੇ ਧਰਮ 'ਚ ਪੈਦਾ ਹੋਏ ਆ ਉਹਨਾਂ ਦੇ ਗ੍ਰੰਥ ਪੜ੍ਹ ਕੇ ਗਿਆਨ ਲੈਣਾ, ਫਿਰ ਗਿਆਨ ਲੈਣ ਤੋਂ ਬਾਅਦ ਵਿਚਾਰਨਾ, ਫਿਰ ਆਪਣੇ ਜੀਵਨ ਦੀ ਸਵੈ ਪੜਚੋਲ ਕਰਨੀ, ਫਿਰ ਉਸ ਪਰਮਾਤਮਾ ਦੇ ਮਿਲਾਪ ਦੇ ਲਈ ਸਮਾਂ ਕੱਢਣਾ, ਉਹਦੀ ਸੇਵਾ ਸਿਮਰਨ ਬੰਦਗੀ ਕਰਨੀ। ਨਹੀਂ ਤਾਂ ਇੱਕ ਤਰਫਾ ਫੈਸਲਾ ਹੈ ਸਾਡਾ। ਜਿਉਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸੌਣ ਤੱਕ ਸਾਡਾ ਮਨ ਸਾਰਾ ਦਿਨ ਆ ਸੰਸਾਰ ਦੇ ਵਿਚਾਰਾਂ ਦੇ ਨਾਲ ਜੁੜਿਆ ਰਹਿੰਦਾ ਤੇ ਇੱਥੇ ਭਰੋਸਾ ਕਿਹਦੇ ਤੇ ਕੀਤਾ ਜਾਵੇਗਾ? ਪਾਤਸ਼ਾਹ ਸਮਝਾ ਰਹੇ ਹਨ, ਜਿਉਂ ਜਿਉਂ ਅੱਛੇ ਗੁਣ, ਕਿਉਂਕਿ ਜਿੱਥੇ ਸੰਤ ਸਾਨੂੰ ਵਾਰ ਅਵਸਥਾ ਦਾ ਨਾਂ ਦੱਸਿਆ ਗਿਆ, ਉੱਥੇ ਸਾਨੂੰ ਇਹ ਵੀ ਦੱਸਿਆ ਗਿਆ ਕਿ ਅਸੀਂ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਜਿਹੜੇ ਸਾਡੇ ਅੰਦਰ ਅੱਛੇ ਗੁਣ ਨੇ, ਦਇਆ, ਧਰਮ, ਸਹਿਣਸ਼ੀਲਤਾ, ਨਿਮਰਤਾ, ਜਸ, ਸੰਤੋਖ, ਭਜਨ ਬੰਦਗੀ, ਇਹਨਾਂ ਤੋਂ ਤਾਂ ਸਾਡੇ ਮਨ ਦੂਰ ਚਲੇ ਗਏ। ਜਿਹੜੇ ਵਕਾਰ ਨੇ ਉਹਨਾਂ ਨਾਲ ਈਰਖਾ ਹੈ, ਨਿੰਦਿਆ ਹੈ, ਚੁਗਲੀ ਹੈ, ਦੁਬਦਾ ਹੈ, ਇਹਨਾਂ ਨਾਲ ਸਾਡਾ ਬੜਾ ਪਿਆਰ ਹੈ। ਫਿਰ ਜਿਹੜੇ ਜੀਵ ਐਸੇ ਆਪਣੇ ਜੀਵਨ ਬਣਾਈ ਬੈਠੇ ਆ, ਮਹਾਰਾਜ ਜੀ ਕਹਿੰਦੇ ਨਾ ਤਾਂ ਉਹ ਪਵਿੱਤਰ ਹੋ ਸਕਣ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੋਖੀ ਕੌੜ ਦਾਨ ਲਾਗੈ, ਸੰਤ ਕੇ ਦੋਖੀ ਕੌੜ ਸਭ ਤਿਆਗੈ। ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਕਹਿੰਦੇ ਸੰਤਾਂ ਦੇ ਦੋਖੀ ਬੰਦਿਆਂ ਨੂੰ ਬੜਾ ਡੰਨ ਸਹਿਣਾ ਪੈਂਦਾ ਹੈ, ਕਿਉਂਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਹਾਰਾਜ ਨੇ ਇੱਥੋਂ ਤੱਕ ਸਾਨੂੰ ਇਹ ਗਿਆਨ ਦਿੱਤਾ, ਜੋ ਜੋ ਤੇਰੇ ਭਗਤ ਦਿਖਾਏ ਤਤ ਕਾਲ ਤਿਨ ਮਾਰਾ। ਸਾਤੋਂ ਪ੍ਰਮਾਤਮਾ ਦਾ ਭਜਨ ਨਹੀਂ ਹੁੰਦਾ, ਉਹਦੀ ਸੇਵਾ ਸਿਮਰਨ ਨਹੀਂ ਹੁੰਦਾ, ਜੇ ਅਸੀਂ ਬਹੁਤ ਮਿਹਨਤ ਦੇ ਨਾਲ ਗੁਰੂ ਦੀ ਮੱਤ ਲੈ ਕੇ ਇਹਦੇ ਤੇ ਪਹਿਰਾ ਦੇ ਲਈਏ, ਸਾਨੂੰ ਫਿਰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਕਿਉਂਕਿ ਜਿਹੜਾ ਜਿਹੜਾ ਵੀ ਭਗਤਾਂ ਦੇ ਨਾਲ ਵੈਰ ਸਮਝਦਾ, ਉਹਨਾਂ ਨੂੰ ਦੁੱਖ ਦਿੰਦਾ, ਜੋ ਜੋ ਤੇਰੇ ਭਗਤ ਦਿਖਾਏ ਤਤ ਕਾਲ ਤਿਨ ਮਾਰਾ। ਤਤ ਕਾਲ, ਬੜੀ ਜਲਦੀ ਪ੍ਰਮਾਤਮਾ ਨੂੰ ਫਿਰ ਆਪਣਾ ਜਿਹੜਾ ਐਕਸ਼ਨ ਆ ਉਹ ਲੈਣਾ ਪੈਂਦਾ ਜਦੋਂ ਉਹਦੇ ਪਿਆਰਿਆਂ ਨੂੰ ਕੋਈ ਨਜਾਇਜ਼ ਤੰਗ ਕਰਨਾ ਸ਼ੁਰੂ ਕਰਦਾ।
ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਸੰਤ ਕੇ ਦੋਖੀ ਕਉ ਦਾਨ ਲਾਗੈ। ਦੰਨ ਤਾਂ ਵੀ ਹਰੇਕ ਨੂੰ ਭਰਨਾ ਪੈਣਾ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਇੰਨਾ ਕੁ ਗਿਆਨ ਤਾਂ ਹੈ ਕਿ ਜੋ ਅਸੀਂ ਭਲੇ ਦਾ ਕੰਮ ਕਰਦੇ ਹਾਂ ਉਹਦੇ ਫਲ ਦੀ ਇੱਛਾ ਰੱਖਦੇ ਹਾਂ ਤੇ ਪ੍ਰਭੂ ਦਿੰਦਾ ਵੀ ਹੈ। ਜੇ ਸੰਗਤ 'ਚ ਆ ਕੇ ਸਾਨੂੰ ਇਸ ਗੱਲ ਦਾ ਗਿਆਨ ਆ ਜੇ, ਜਦੋਂ ਅਸੀਂ ਕੋਈ ਬੁਰਾ ਕਰਮ ਕਰਦੇ ਹਾਂ ਉਹਦੀ ਸਜ਼ਾ ਭੁਗਤਣ ਲਈ ਵੀ ਤਿਆਰ ਰਹਿਣਾ ਪੈਣਾ। ਪਰ ਅਫਸੋਸ ਇਸ ਗੱਲ ਦਾ ਹੋ ਜਾਂਦਾ, ਅਸੀਂ ਅੱਛੇ ਕੰਮਾਂ ਦੇ ਫਲ ਦੀ ਤਾਂ ਆਸ ਰੱਖਦੇ ਹਾਂ, ਪਰ ਜਦੋਂ ਬੁਰਾਈਆਂ ਕਰਦੇ ਹਾਂ, ਬੁਰੇ ਕਰਮ ਕਰਦੇ ਹਾਂ, ਉਹਦੀ ਸਜ਼ਾ ਤੋਂ ਫਿਰ ਭੱਜਦੇ ਹਾਂ। ਜਦੋਂ ਫਿਰ ਸਮਾਂ ਪਾ ਕੇ ਉਹਦੀ ਸਜ਼ਾ ਮਿਲਦੀ ਆ, ਉਦੋਂ ਫਿਰ ਅਸੀਂ ਬਹੁਤ ਬਿਲਲਾਟ ਵੀ ਕਰਦੇ ਹਾਂ, ਚੀਕਾਂ ਵੀ ਮਾਰਦੇ ਹਾਂ, ਪਰ ਉਦੋਂ ਅੰਤਰਮੁਖ ਯਾਦ ਵੀ ਆ ਰਿਹਾ ਹੁੰਦਾ ਕਿ ਇਹ ਮੇਰੇ ਕੀਤੇ ਹੋਏ ਬੁਰੇ ਕੰਮਾਂ ਦੀ ਸਜ਼ਾ ਮਿਲ ਰਹੀ ਹੈ। ਇਸ ਕਰਕੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦੇ ਅੰਦਰ ਸਮਝਾ ਰਹੇ ਆ, ਭਾਈ ਆਪਣੇ ਜੀਵਨ ਦਾ ਸਫ਼ਰ ਬੜੇ ਸੁਚੇਤ ਹੋ ਕੇ ਕਰਿਓ। ਤੁਹਾਡੇ ਸਫ਼ਰ ਦੀ ਬੁਨਿਆਦ ਦਾ ਕੋਈ ਪਤਾ ਨਹੀਂ, ਤੁਹਾਡੀ ਪੂੰਜੀ ਦਾ ਕੋਈ ਪਤਾ ਨਹੀਂ। ਕਿਸੇ ਵੀ ਸੰਸਾਰ ਦੇ ਮੋੜ ਤੇ ਤੁਹਾਡੀ ਇਹ ਸਵਾਸਾਂ ਦੀ ਪੂੰਜੀ ਖਤਮ ਹੋ ਸਕਦੀ ਹੈ ਤੇ ਉਦੋਂ ਬਾਅਦ ਦਿੱਤੇ ਹੋਏ ਮਾਲਿਕ ਦੇ ਇਹ ਸਵਾਸਾਂ ਦਾ ਜੋ ਪੂੰਜੀ ਦੇ ਕੇ ਭੇਜਿਆ, ਇਹਨਾਂ ਦਾ ਹਿਸਾਬ ਕਿਤਾਬ ਵੀ ਹੋਣਾ। ਜੋ ਮਹਾਰਾਜ ਆਪਾਂ ਨੂੰ ਗੁਰਬਾਣੀ ਸਮਝਾਉਂਦੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਕਿ ਜੋ ਜੋ ਆਸਵਾਸ ਸਾਨੂੰ ਦਿੱਤੇ ਆ ਕਿੱਥੇ ਖਰਚੇ। ਇਸੇ ਕਰਕੇ ਆਪਾਂ ਸਮਝਣਾ ਹੁੰਦਾ ਕਿ ਬਹੁਤ ਸਾਰੇ ਸਵਾਸ ਜਦੋਂ ਅਸੀਂ ਪਰਮਾਤਮਾ ਦੀ ਯਾਦ 'ਚ ਸਾਡੇ ਆਉਂਦੇ ਆ, ਪਰਮਾਤਮਾ ਦੇ ਸੇਵਾ ਸਿਮਰਨ ਨਾਲ ਸਾਡੇ ਸਵਾਸ ਚੱਲਦੇ ਆ, ਉਹਨਾਂ ਦਾ ਸਾਨੂੰ ਲਾਹਾ ਮਿਲਦਾ। ਤੇ ਜਿਹੜੇ ਵੀ ਸਾਰਾ ਦਿਨ ਆ ਦੁਨੀਆ ਦੀਆਂ ਵਿਚਾਰਾਂ ਵਿਕਾਰਾਂ 'ਚ ਸਾਡੇ ਸਵਾਸ ਚੱਲਦੇ ਆ, ਉਹਨਾਂ ਦੀ ਸਾਨੂੰ ਸਜ਼ਾ ਮਿਲਣੀ ਹੈ। ਇਹੀ ਆਪਾਂ ਸਿੱਖਿਆ ਲੈਣੀ ਹੁੰਦੀ ਆ ਸੰਗਤ ਕਰਕੇ, ਗੁਰੂ ਦੀ ਮੱਤ ਦੁਆਰਾ। ਜਿਹੜੇ ਫਿਰ ਨਹੀਂ ਲੈਂਦੇ, ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤ ਕੇ ਦੋਖੀ ਕਉ ਦਾਨ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਕਹਿੰਦੇ ਸਮਾਂ ਫਿਰ ਇੱਕ ਵਾਰ ਐਸੇ ਮੋੜ ਤੇ ਆ ਜਾਂਦਾ ਜਦੋਂ ਸੰਤਾਂ ਦੇ ਨਿੰਦਕ ਦਾ, ਵੈਸੇ ਨਿੰਦਿਆ ਤਾਂ ਸਾਰੀ ਹੀ ਮਾੜੀ ਆ, ਜਿਹਦੀ ਵੀ ਕੋਈ ਕਰਦਾ ਇਹ ਚੰਗੀ ਨਹੀਂ ਹੈ। ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਨਿੰਦਕ ਲੋਕਾਂ ਦਾ ਤਾਂ ਸੰਸਾਰ ਦੇ ਅੰਦਰ ਵੀ ਮੁਖ ਕਾਲਾ ਤੇ ਪ੍ਰਮਾਤਮਾ ਦੀ ਦਰਗਾਹ ਦਰਬਾਰ ਦੇ ਅੰਦਰ ਵੀ ਕਾਲਾ। ਪਰ ਨਿੰਦਕ ਲੋਕਾਂ ਦੀ ਹਾਲਤ ਐਸੀ ਹੋ ਜਾਂਦੀ ਹੈ, ਪ੍ਰਮਾਤਮਾ ਦਾ ਕਈ ਵਾਰ ਐਸਾ ਭਾਣਾ ਵਰਤ ਜਾਂਦਾ, ਕੋਈ ਐਸੀ ਸਰੀਰਾਂ ਨੂੰ ਬਿਮਾਰੀ ਲੱਗ ਜਾਂਦੀ ਆ, ਉਹਨਾਂ ਦਾ ਤਾਂ ਕੋਈ ਹਾਲ ਪੁੱਛਣ ਵੀ ਨਹੀਂ ਜਾਂਦਾ ਕਿ ਉਹਦੇ ਕੋਲੇ ਜਾ ਕੇ ਕੀ ਲੈਣਾ। ਸਾਰੀ ਜ਼ਿੰਦਗੀ ਇਹਨੇ ਕੋਈ ਅੱਛਾ ਕਰਮ ਨਹੀਂ ਕੀਤਾ, ਇਹ ਤਾਂ ਨਿੰਦਿਆ ਹੀ ਕਰਦਾ ਰਿਹਾ, ਪਿੰਡ ਦੇ ਅੰਦਰ ਚੁਗਲੀਆਂ ਹੀ ਕਰਦਾ ਰਿਹਾ, ਲੋਕਾਂ ਨੂੰ ਲੜਾਉਂਦਾ ਹੀ ਰਿਹਾ। ਤੇ ਪਾਤਸ਼ਾਹ ਕਹਿੰਦੇ ਫਿਰ ਹਾਲ ਤਾਂ ਮਾੜਾ ਹੋਊਗਾ ਹੀ ਨਾ, ਕਿਉਂਕਿ ਜਿਹੋ ਜਿਹਾ ਅਸੀਂ ਆ ਸਰੀਰ ਖੇਤ ਦੇ ਅੰਦਰ ਬੀਜ ਰਹੇ ਹਾਂ, ਉਹੋ ਜਿਹਾ ਸਾਨੂੰ ਫਲ ਲੈਣਾ ਪੈਣਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਜੇ ਇਹਦੇ ਅੰਦਰ ਬੁਰਾਈਆਂ ਦਾ ਬੀਜ ਹੈ ਤਾਂ ਸਜ਼ਾ ਦਾ ਹੱਕਦਾਰ ਹੋਣਾ ਸਾਨੂੰ ਪੈਣਾ। ਜੇ ਅਸੀਂ ਗੁਰੂ ਦੀ ਮੱਤ ਲੈ ਕੇ, ਪਾਤਸ਼ਾਹ ਜੋ ਸਮਝਾ ਰਹੇ ਹਨ ਆਪਾਂ ਨੂੰ, ਅਬ ਕਲੂ ਆਇਓ ਰੇ, ਇੱਕ ਨਾਮ ਬੋਬੋ ਬੋਬੋ। ਕਲਯੁਗ ਦਾ ਭਾਈ ਸਮਾਂ, ਇਹਦੇ 'ਚ ਆਪਣੇ ਹਿਰਦੇ ਰੂਪੀ ਖੇਤ ਦੇ ਅੰਦਰ, ਸਰੀਰ ਰੂਪੀ ਖੇਤ ਦੇ ਅੰਦਰ ਪ੍ਰਮਾਤਮਾ ਦਾ ਨਾਮ ਬੀਜੋ ਤੇ ਨਾਮ ਨੂੰ ਫਿਰ ਅੰਮ੍ਰਿਤ ਫਲ ਲੱਗਦਾ, ਜਿਹਨੂੰ ਪੀ ਕੇ ਅਸੀਂ ਅਮਰ ਹੋ ਜਾਣਾ ਹੁੰਦਾ। ਤੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਸੰਤ ਕੇ ਦੋਖੀ ਕਉ ਦਾਨ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਜਿਹੜੇ ਸੰਤਾਂ ਦੇ ਦੁਖੀ ਲੋਕ ਆ, ਉਹ ਤਾਂ ਅਹੰਕਾਰ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ ਆ, ਕਿਉਂਕਿ ਹੰਕਾਰ ਇੰਨਾ ਕਿ ਸਾਨੂੰ ਨਹੀਂ ਜੀ ਲੋੜ ਕੋਈ ਸਿੱਖਿਆ ਲੈਣ ਦੀ।
ਜਿਵੇਂ ਅੱਜ ਜ਼ਿਆਦਾਤਰ ਜੀਵਾਂ ਦੀ ਇਹ ਮੁਸ਼ਕਲ ਬਣ ਚੁੱਕੀ ਹੈ, ਉਹਨਾਂ ਕੋਲੇ ਨਹੀਂ ਸਮਾਂ ਧਾਰਮਿਕ ਜੋ ਗ੍ਰੰਥ ਨੇ, ਗੁਰੂ ਦੀ ਬਾਣੀ ਆ, ਇਹਨਾਂ ਨੂੰ ਪੜ੍ਹ ਕੇ ਗਿਆਨ ਲਿਆ ਜਾਵੇ। ਸਾਡੇ ਕੋਲੇ ਤਾਂ ਬਹੁਤ ਘੱਟ ਸਮਾਂ ਇਹਨਾਂ ਕੰਮਾਂ ਦੇ ਲਈ, ਤੇ ਫਿਰ ਜੇ ਸਾਡੇ ਕੋਲੇ ਇਹਨਾਂ ਗੱਲਾਂ ਲਈ ਸਮਾਂ ਨਹੀਂ, ਨਾ ਸੰਗਤ ਕਰਨ ਲਈ ਸਮਾਂ, ਤਾਂ ਇਨਸਾਨ ਹਰ ਸਮੇਂ ਅਹੰਕਾਰ ਬੁੱਧੀ ਦਾ ਇਸਤੇਮਾਲ ਕਰਦਾ। ਅਹੰਕਾਰ ਬੁੱਧੀ ਦਾ ਇਸਤੇਮਾਲ ਕਰਕੇ ਹੀ ਜਿੰਨੇ ਆ ਝਗੜੇ ਆ ਇਹ ਸ਼ੁਰੂ ਹੁੰਦੇ ਆ। ਹੰਕਾਰ ਨਾ ਤਾਂ ਦੁਨੀਆ ਦੇ ਲੋਕਾਂ ਨੂੰ ਚੰਗਾ ਲੱਗਦਾ ਤੇ ਨਾ ਬਈ ਪ੍ਰਮਾਤਮਾ ਨੂੰ ਚੰਗਾ ਲੱਗਦਾ। ਪਾਤਸ਼ਾਹ ਸਮਝਾ ਰਹੇ ਹਨ, ਹਰ ਜੋ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਅਹੰਕਾਰੀ ਪੁਰਸ਼ ਨੂੰ ਤਾਂ ਲੋਕ ਵੀ ਮੂੰਹ ਨਹੀਂ ਲਾਉਂਦੇ ਵੀ ਇਹਦੇ ਨਾਲ ਕੀ ਗੱਲ ਕਰਨੀ ਆ ਜੀ, ਇਹ ਤਾਂ ਹਰ ਸਮੇਂ ਹੰਕਾਰ ਦਾ ਭਰਿਆ ਬੋਲਦਾ। ਅੱਜ ਜ਼ਿਆਦਾਤਰ ਜੀਵ ਇਸ ਪਾਸੇ ਨੂੰ ਚੱਲੇ ਹੋਏ ਆ। ਜਿੱਥੇ ਆਪਾਂ ਖੜਾਂਗੇ ਉੱਥੇ ਆਪਣੀ ਮਤ ਦਾ ਹੰਕਾਰ ਕੀਤਾ ਜਾ ਰਿਹਾ, ਆਪਣੇ ਗਿਆਨ ਦਾ ਹੰਕਾਰ ਕੀਤਾ ਜਾ ਰਿਹਾ, ਆਪਣੇ ਧਨ ਪਦਾਰਥਾਂ ਦਾ ਅਹੰਕਾਰ ਕੀਤਾ ਜਾ ਰਿਹਾ। ਜਿੱਥੇ ਵੀ ਖੜਾਂਗੇ ਅਹੰਕਾਰੀ ਬੰਦੇ ਦੇ ਮੂੰਹ ਚੋਂ ਅਹੰਕਾਰ ਦੀ ਬਦਬੂ ਆਵੇਗੀ। ਉਹ ਮੈਂ ਦੀ ਆਵਾਜ਼ ਦਿੰਦਾ ਰਹੇਗਾ। ਤੇ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਿ ਸੰਤ ਕਾ ਦੋਖੀ ਮਹਾ ਅਹੰਕਾਰੀ। ਤੇ ਅਹੰਕਾਰ ਦੇ ਅੰਦਰ ਆਏ ਹੋਏ ਇਨਸਾਨ ਪਰਮਾਤਮਾ ਦੇ ਭੈ ਤੋਂ ਵੀ ਦੂਰ ਚਲੇ ਜਾਂਦੇ ਆ। ਅੱਜ ਐਸਾ ਸਮਾਂ ਚੱਲ ਰਿਹਾ, ਲੋਕਾਂ ਦੇ ਮਨਾਂ ਦੇ ਅੰਦਰ ਪਰਮਾਤਮਾ ਦਾ ਡਰ ਨਹੀਂ। ਜੇ ਪਰਮਾਤਮਾ ਦਾ ਡਰ ਹੋਵੇ ਤਾਂ ਥੋੜਾ ਬਹੁਤਾ ਇਹ ਸਮਾਜ ਸਾਡਾ ਅੱਛਾ ਬਣ ਸਕਦਾ। 40-50 ਸਾਲ ਪਹਿਲਾਂ ਸ਼ਲੋਕ ਬੜੇ ਰੱਬ ਦੇ ਭੈ 'ਚ ਹੁੰਦੇ। ਇੱਥੋਂ ਤੱਕ ਵੀ ਹੁੰਦਾ ਕਿ ਆਪਣੇ ਆ ਖੂਹ ਜਿਹੜੇ ਚੱਲਦੇ ਹੁੰਦੇ, ਇਹਨਾਂ ਦੇ ਦੁਆਲੇ ਵੀ ਸਫਾਈ ਰੱਖੀ ਜਾਂਦੀ। ਲੋਕਾਂ ਨੂੰ ਗਿਆਨ ਹੁੰਦਾ ਸੀ ਕਿ ਇਹਨਾਂ 'ਚੋਂ ਅਸੀਂ ਪਾਣੀ ਪੀਣਾ, ਤੇ ਬੜਾ ਇਹਨੂੰ ਸਤਿਕਾਰ ਦਿੱਤਾ ਜਾਂਦਾ। ਅੱਜ ਜੋ ਆਪਣੇ ਹਾਲਾਤ ਨੇ, ਜੋ ਆਪਾਂ ਵਿਗਾੜ ਚੁੱਕੇ ਹਾਂ, ਅਸੀਂ ਇੰਨੇ ਅਹੰਕਾਰ ਦੇ ਅੰਦਰ ਚਲੇ ਗਏ, ਅਸੀਂ ਪਾਣੀ ਵੀ ਖਰਾਬ ਕਰ ਲਿਆ, ਅਸੀਂ ਪੌਣ ਵੀ ਖਰਾਬ ਕਰ ਲਈ, ਅਸੀਂ ਇਹੋ ਜਿਹੇ ਸਮਾਜ ਖੜਾ ਕਰ ਲਿਆ। ਹੰਕਾਰ ਬੁੱਧੀ ਦੇ ਅੰਦਰ ਜੋ ਹਾਲਾਤ ਨੇ ਆਪਣੇ ਉਹ ਅੱਖਾਂ ਦੇ ਸਾਹਮਣੇ ਹੈ। ਤੇ ਸਤਿਗੁਰੂ ਪਾਤਸ਼ਾਹ ਸਮਝਾ ਰਹੀ ਆ, ਅਹੰਕਾਰ ਤੋਂ ਬਾਅਦ ਫਿਰ ਗੱਲ ਸ਼ੁਰੂ ਹੁੰਦੀ ਆ ਵਿਕਾਰਾਂ ਦੀ। ਕਿਉਂਕਿ ਵਿਕਾਰਾਂ ਤੋਂ ਉਹ ਇਨਸਾਨ ਬਚਦਾ ਜਿਹਨੂੰ ਪਰਮਾਤਮਾ ਦਾ ਭੈ ਆ, ਜਿਹਨੂੰ ਇਸ ਗੱਲ ਦਾ ਗਿਆਨ ਆ ਗਿਆ ਵੀ ਕੀਤੇ ਹੋਏ ਹਰੇਕ ਮਾੜੇ ਕਰਮ ਦੀ ਬੜੀ ਸਜ਼ਾ ਮਿਲਣੀ ਆ ਮੈਨੂੰ। ਤੇ ਹੁਣ ਸੰਗਤ ਤਾਂ ਕਰਨਾ ਨਹੀਂ, ਤੇ ਨਾ ਗੁਰਮਤ ਦਾ ਗਿਆਨ ਲੈਣਾ, ਤੇ ਜੇ ਕੋਈ ਸਾਧੂ ਸੰਤ ਹੈ ਉਹਦੇ ਦੋਖੀ ਬਣਨਾ। ਤੇ ਐਸਾ ਮਹਾਰਾਜ ਕਹਿੰਦੇ ਇਨਸਾਨ ਦਾ ਜੀਵਨ ਬਣ ਗਿਆ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਉਹ ਹਰ ਸਮੇਂ ਵਿਕਾਰਾਂ ਦੀ ਅੱਗ ਦੇ ਅੰਦਰ ਸੜ ਰਿਹਾ। ਜਿਵੇਂ ਅੱਜ ਆਪਾਂ ਸਮਾਜ ਦੀ ਹਾਲਾਤ ਦੇਖ ਰਹੇ ਹਾਂ, ਜੀਵਾਂ ਦੇ ਮਨ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਆ, ਸੰਗਤ ਤੋਂ ਦੂਰ ਰਹਿਣ ਵਾਲੇ ਲੋਕ ਨੇ, ਉਹ ਹਰ ਸਮੇਂ ਕਿਸੇ ਨਾ ਕਿਸੇ ਵਿਕਾਰ ਦੇ ਅੰਦਰ ਉਹਨਾਂ ਦੀ ਸੁਰਤੀ ਘਿਰੀ ਰਹਿੰਦੀ ਆ ਤੇ ਦੁੱਖ ਪਾਉਂਦੀ ਰਹਿੰਦੀ ਹੈ। ਪਾਤਸ਼ਾਹ ਨੇ ਸਾਨੂੰ ਸਮਝਾਇਆ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਫਿਰ ਇਹ ਵਿਕਾਰਾਂ ਦੀ ਤੇ ਹੰਕਾਰ ਦਾ ਸਾਨੂੰ ਰਿਜ਼ਲਟ ਕੀ ਸਾਹਮਣੇ ਆਉਂਦਾ, ਉਹ ਹੁਣ ਅਗਲੀ ਪੰਕਤੀ ਅੰਦਰ ਪਾਤਸ਼ਾਹ ਫਿਰ ਸਮਝਾ ਰਹੇ ਆ। ਕਹਿੰਦੇ ਸੰਤ ਕਾ ਦੁਖੀ ਜਨਮੈ ਮਰੈ। ਉਹ ਹਰ ਸਮੇਂ ਜੰਮਦਾ ਮਰਦਾ। ਤੇ ਆ ਜਦੋਂ ਕਾਇਆ ਦਾ ਕੱਪੜ ਉਤਰ ਜਾਂਦਾ, ਫਿਰ ਜਨਮ ਔਰ ਮਰਨ ਦੇ ਚੱਕਰ ਦੇ ਅੰਦਰ 84 ਲੱਖ ਜੂਨ ਦਾ ਜਿਹੜਾ ਗੇੜਾ ਹੈ, ਜਿਹੜਾ ਬੜਾ ਲੰਬਾ ਸਮਾਂ ਲੱਗਦਾ। ਕਿਉਂਕਿ ਆ ਜੋ ਮਾਲਕ ਨੇ ਆਪਾਂ ਨੂੰ ਮਾਨਸ ਦਾ ਜੰਮਾ ਦਿੱਤਾ, ਆਪਾਂ ਨੂੰ ਤਾਂ ਇਹਦੀ ਬਹੁਤੀ ਕਦਰ ਨਹੀਂ ਹੈ।
ਜਦੋਂ ਪਾਤਸ਼ਾਹ ਦੀ ਗੁਰਬਾਣੀ ਦੁਆਰਾ ਆਪਾਂ ਇਹਨੂੰ ਵੇਖਦੇ ਹਾਂ ਪਦਾਰਥ ਨੂੰ, ਫੇਰ ਭੇਦ ਆਉਂਦਾ ਆਪਾਂ ਨੂੰ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਂ, ਨਹੀਂ ਕਿ ਭਾਈ ਬੜੇ ਲੰਬੇ ਸਮੇਂ ਜੁਗਾਂ ਤੋਂ ਬਾਅਦ ਇਹ ਸਮਾਂ ਪ੍ਰਮਾਤਮਾ ਨੇ ਦਿੱਤਾ, ਇਹਦਾ ਠੀਕ ਇਸਤੇਮਾਲ ਕਰਦੇ ਹੋਏ ਲਾਹਾ ਲਈਏ। ਤੇ ਜਦੋਂ ਇਹ ਸਮਾਂ ਪੂਰਾ ਹੋ ਗਿਆ ਉਸ ਤੋਂ ਬਾਅਦ ਕੁਝ ਹੱਥ ਪੱਲੇ ਨਹੀਂ। ਤੇ ਜਿਹੜੇ ਫਿਰ ਨਹੀਂ ਸਮੇਂ ਦੀ ਸੰਭਾਲ ਕਰਦੇ, ਪਾਤਸ਼ਾਹ ਤਾਂ ਇੱਥੋਂ ਤੱਕ ਸਮਝਾ ਰਹੇ ਆ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਕਹਿੰਦੇ ਨੇ ਆਪਣੇ ਸਵਾਸ ਨੂੰ, ਤੇ ਬਾਦਸ਼ਾਹ ਕਹਿੰਦੇ ਇੰਨਾ ਸਮੇਂ ਦੀ ਸੰਭਾਲ ਕਰੋ, ਇੱਕ ਵੀ ਤੁਹਾਡਾ ਸਵਾਸ ਪਰਮਾਤਮਾ ਦੀ ਯਾਦ ਤੋਂ ਬਗੈਰ ਗੁਜ਼ਰੇ ਨਾ। ਪਰ ਹੁਣ ਜਿਹੜੇ ਜੀਵ ਬਈ ਇਹਨਾਂ ਗੱਲਾਂ ਤੋਂ ਦੂਰ ਆ, ਉਹਨਾਂ ਦਾ ਪਾਤਸ਼ਾਹ ਨੇ ਫਿਰ ਕਿੱਥੇ ਲਿਆ ਕੇ ਰਿਜ਼ਲਟ ਕੱਢਤਾ। ਕਹਿੰਦੇ ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤਾਂ ਦੇ ਦੁਖੀ ਬੰਦਿਆਂ ਤੋਂ ਜਿਹੜਾ ਸੌਖਾ ਉਹ ਕਿਨਾਰਾ ਕਰ ਜਾਂਦਾ। ਵੈਸੇ ਹੀ ਨਿੰਦਕ ਲੋਕਾਂ ਤੋਂ ਤੁਸੀਂ ਕਿਸੇ ਦਾ ਵੀ ਹਾਲਤ ਦੇਖ ਲਓ, ਜਿਹੜੇ ਨਿੰਦਕ ਲੋਕ ਆ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਉਹਨਾਂ ਦੇ ਅੰਦਰ ਇਹ ਨਿੰਦਾ ਦਾ ਜ਼ਹਿਰ ਇੰਨਾ ਚੜ ਜਾਂਦਾ, ਉਹ ਆਪਦੀ ਜ਼ਹਿਰ ਦੇ ਨਾਲ ਹੀ ਤੰਗ ਹੋ ਰਹਿੰਦੇ ਆ। ਕਿਉਂਕਿ ਨਿੰਦਾ ਕਰਨੀ, ਚੁਗਲੀ ਕਰਨੀ, ਪਹਿਲਾਂ ਤਾਂ ਇਹ ਬੁਰਾ ਕਰਮ ਕੀਤਾ, ਫਿਰ ਸਾਰਾ ਦਿਨ ਸੋਚਦੇ ਰਹਿਣਾ ਕਿ ਮੇਰੀ ਇਹ ਗੱਲ ਦਾ ਅਸਰ ਹੋਇਆ, ਕਿਸੇ ਦੇ ਘਰੇ ਲੜਾਈ ਝਗੜਾ ਪਿਆ ਕਿ ਨਹੀਂ ਪਿਆ। ਇਸੇ ਗੱਲ ਦੇ ਅੰਦਰ ਹੀ ਸਾਰਾ ਦਿਨ ਤੇ ਉਹਨਾਂ ਦੇ ਮਨ ਦੀ ਸ਼ਾਂਤੀ ਭੰਗ ਹੋਈ ਰਹਿੰਦੀ ਆ। ਜਿਹੜਾ ਮਨ ਦਾ ਸੌਖਾ ਉਹਨਾਂ ਤੋਂ ਬਹੁਤ ਦੂਰ ਚਲਿਆ ਜਾਂਦਾ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕਾ ਦੁਖੀ ਸੰਤ ਕੀ ਦੁਖ ਨਾ ਸੁਖ ਤੇ ਕਰੈ, ਸੰਤ ਕੇ ਦੁਖੀ ਕੋ ਨਾਹੀ ਥਾਓ। ਪਾਤਸ਼ਾਹ ਅਖੀਰਲੀਆਂ ਪੰਕਤੀਆਂ 'ਚ ਸਮਝਾ ਰਹੇ ਆ ਕਿ ਭਾਈ ਖਿਆਲ ਨਾਲ ਆਪਣੇ ਜੀਵਨ ਦਾ ਸਫ਼ਰ ਕਰਿਓ। ਸੰਤਾਂ ਦੇ ਦੁਖੀਆਂ ਨੂੰ ਕਿਤੇ ਜਗ੍ਹਾ ਨਹੀਂ। ਸੰਤ ਕੇ ਦੁਖੀ, ਸੰਤ ਕਾ ਦੁਖੀ, ਸੰਤ ਕੇ ਦੁਖੀ ਕੋ ਨਾਹੀ ਥਾਓ, ਉਹਨੂੰ ਕਿਤੇ ਵੀ ਜਗ੍ਹਾ ਨਹੀਂ। ਨਾਨਕ ਸੰਤ ਭਾਵੇ ਤਾਂ ਲਏ ਮਲਾਏ। ਕਹਿੰਦੇ ਜੇ ਸੰਗਤ ਕਰਕੇ ਮਨ ਦੇ ਅੰਦਰ ਇਹ ਸੋਝੀ ਆ ਜੇ, ਆਪਣੇ ਕੀਤੇ ਹੋਏ ਇਹ ਬੁਰੇ ਕਰਮਾਂ ਦਾ ਪਛਤਾਪ ਕਰੇ, ਸੰਗਤ ਦੇ ਅੰਦਰ ਆ ਕੇ ਉਸ ਮਾਲਿਕ ਦੇ ਨਾਮ ਨੂੰ ਜਪੇ, ਪਰਮਾਤਮਾ ਦੀ ਬੰਦਗੀ ਕਰੇ, ਨਾਮ ਦਾ ਕਿਣਕਾ ਇੱਕ ਮਨ ਦੇ ਅੰਦਰ ਵਰਜੇ, ਤਾਂ ਫਿਰ ਉਸ ਨੂੰ ਵੀ ਜਗ੍ਹਾ ਪ੍ਰਾਪਤ ਹੋ ਸਕਦੀ ਹੈ। ਨਾਨਕ ਸੰਤ ਭਾਵੈ ਤਾਂ ਲਏ ਮਲਾਏ। ਕਿਸੇ ਅੱਛੇ ਪੁਰਖ ਦੇ ਮਨ ਨੂੰ ਭਾਜੇ, ਬੰਦਗੀ ਵਾਲੇ ਇਨਸਾਨ ਦੇ ਕੋਲੇ ਸੰਗਤ ਆ ਜੇ, ਤਾਂ ਪਾਪੀ ਤੋਂ ਪਾਪੀ ਜਿਹੜਾ ਜੀਵ ਆ ਉਹ ਵੀ ਬਈ ਆਪਣੇ ਜੀਵਨ ਦਾ ਲਾਹਾ ਲੈ ਸਕਦਾ, ਉਹ ਪਰਮਾਤਮਾ ਦੇ ਨਾਲ ਅਭੇਦ ਹੋ ਸਕਦਾ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਬਚਨਾਂ ਰਾਹੀਂ ਇਹ 13ਵੀਂ ਅਸ਼ਟਪਦੀ ਦੇ ਅੰਦਰ ਤਕਰੀਬਨ ਸਾਨੂੰ ਸਾਰਾ ਸੰਤਾਂ ਦੇ ਨਿੰਦਕਾਂ ਦਾ ਤੇ ਬੁਰੇ ਲੋਕਾਂ ਦਾ ਜੋ ਜੀਵਨ ਦਾ ਰਿਜ਼ਲਟ ਆ ਉਹ ਸਮਝਾ ਰਹੇ ਆ। ਕਿਉਂਕਿ ਆਪਾਂ ਕੋਈ ਵੀ ਕਹਾਣੀ ਪੜ੍ਹਦੇ ਹਾਂ, ਕੋਈ ਵੀ ਆਪਾਂ ਫਿਲਮ ਨਾਟਕ ਆਦਿਕ ਵੇਖਦੇ ਹਾਂ, ਤੇ ਆਪਾਂ ਰਿਜ਼ਲਟ ਵੇਖਣਾ ਹੁੰਦਾ ਕੀ ਨਿਕਲਿਆ। ਤੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ 'ਚ 13ਵੀਂ ਅਸ਼ਟਪਦੀ 'ਚ ਸੰਤਾਂ ਦੇ ਨਿੰਦਕ ਦਾ ਹੀ ਆਪਾਂ ਨੂੰ ਹਾਲ ਵਿਸਤਾਰ ਨਾਲ ਸਮਝਾ ਰਹੇ ਆ ਕਿ ਭਾਈ ਖਿਆਲ ਨਾਲ ਚੱਲਿਓ ਆਪਣੇ ਜੀਵਨ ਦੇ ਸਫ਼ਰ 'ਚ। ਆਓ ਫਿਰ ਬਾਕੀ ਦਾ ਸਮਾਂ ਆਪਾਂ ਹੁਣ ਗੁਰਮੰਤਰ ਦਾ ਅਭਿਆਸ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ